हृदय में चीना सगल मनोरथ पूरन आसीना। वाहिगुरु जी का खालसा वाहिगुरु जी की फतेह। अज मैं गुरपतवंत सिंह पन्नू सिक्स फॉर जस्टिस ਅਤੇ ਸਮੂਹ ਰੈਫਰੈਂਡਮ ਕਰਵਾਉਣ ਵਾਲੇ ਕਾਰਕੁਨਾਂ ਵੱਲੋਂ ਪੰਜਾਬ ਨੂੰ ਤੇ ਪੂਰੇ ਇੰਡੀਆ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਅਸੀਂ ਦੱਸਾਂਗੇ ਕਿ 4 ਜੁਲਾਈ ਨੂੰ ਜੋ ਰੈਫਰੈਂਡਮ ਦੀ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਉਸ ਵਿੱਚ ਤੁਸੀਂ ਵੋਟ ਕਿਵੇਂ ਰਜਿਸਟਰ ਕਰਾ ਸਕਦੇ ਹੋ। ਔਰ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਨ੍ਹਾਂ ਨੇ ਅਰਦਾਸ ਕੀਤੀ ਹੋਵੇ ਆਜ਼ਾਦੀ ਲਈ ਔਰ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਅੱਜ ਵੀ ਜਾਗਦੀਆਂ ਰੱਖੀਆਂ ਤਾਂ ਆਜ਼ਾਦੀ ਉਹਨਾਂ ਲਈ ਜ਼ਿਆਦਾ ਦੂਰ ਨਹੀਂ ਹੁੰਦੀ। ਇੱਕ ਕਦਮ ਚੁੱਕਿਆ ਜਾ ਰਿਹਾ ਹੈ ਪੰਜਾਬ ਨੂੰ ਆਜ਼ਾਦ ਕਰਾਉਣ ਲਈ। ਇੱਕ ਅਹਿਮ ਕਦਮ ਹੈ ਜਿਹਦੇ ਵਿੱਚ ਪੂਰਾ ਪੰਜਾਬ ਔਰ ਪੂਰੇ ਇੰਡੀਆ ਵਿੱਚ ਵਸਦੇ ਸਿੱਖ ਉਸ ਦਾ ਹਿੱਸਾ ਬਣ ਸਕਦੇ ਹੈ ਤੇ ਇਸ ਕਦਮ ਦੇ ਵਿੱਚ ਸਾਡੀ ਮਦਦ ਕਰ ਸਕਦੇ ਹੈ। ਇਸ ਤੋਂ ਪਹਿਲਾਂ ਕਿ ਮੈਂ ਦੱਸਾਂ ਕਿ ਤੁਸੀਂ ਵੋਟਰ ਰਜਿਸਟ੍ਰੇਸ਼ਨ ਕਿੱਥੇ ਕਰ ਸਕਦੇ ਹੋ, ਇਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਜਿਹੜੀ ਵੋਟਰ ਰਜਿਸਟ੍ਰੇਸ਼ਨ ਹੈ ਔਰ ਜਿਹੜੀ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਹੈ ਉਹ ਰਸ਼ੀਆ ਦੇ ਪੋਰਟਲਸ ਦੇ ਰਾਹੀਂ ਅਸੀਂ ਸ਼ੁਰੂ ਕੀਤੀ ਹੈ। ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਪਰ ਭਾਰਤ ਨੇ ਰੈਫਰੈਂਡਮ 2020 ਦੀ ਵੋਟਰ ਰਜਿਸਟ੍ਰੇਸ਼ਨ ਨੂੰ ਖਤਮ ਕਰਨ ਲਈ, ਉਹਨੂੰ ਦਬਾਉਣ ਲਈ ਤੇ ਤੁਹਾਡੀ ਇਨਫੋਰਮੇਸ਼ਨ ਲੈਣ ਲਈ ਕੁਝ ਵੈਬਸਾਈਟਾਂ ਜਿਹੜੀਆਂ ਹੈ ਉਹ ਸ਼ੁਰੂ ਕਰ ਦਿੱਤੀਆਂ। ਸੋ ਤੁਸੀਂ ਕਿਸੇ ਵੀ ਭਾਰਤੀ ਵੈਬਸਾਈਟ ਦੇ ਉੱਤੇ ਜਾ ਕੇ ਆਪਣੀ ਇਨਫੋਰਮੇਸ਼ਨ ਨਹੀਂ ਦੇਣੀ, ਉਹ ਵੀ ਤੁਹਾਡੇ ਨਾਲ ਮੈਂ ਸਾਂਝਾ ਕਰਾਂਗਾ। ਹੁਣ ਅਸੀਂ 4 ਜੁਲਾਈ ਕਿਉਂ ਚੁਣਿਆ ਵੋਟਰ ਰਜਿਸਟ੍ਰੇਸ਼ਨ ਵਾਸਤੇ, ਇਹ ਯਾਦ ਕਰੋ। 65 ਸਾਲ ਪਹਿਲਾਂ 4 ਜੁਲਾਈ 1955 ਨੂੰ ਕੀ ਮਸਲਾ ਸੀ ਪੰਜਾਬ ਦਾ, ਸਿੱਖ ਦਾ ਤੇ ਹਿੰਦ ਦਾ? ਸਿਰਫ ਇੱਕ ਮਸਲਾ ਸੀ ਕਿ ਤੁਸੀਂ ਭਾਈ ਪੰਜਾਬੀ ਹੋ ਤੇ ਉਹ ਹੈ ਇੰਡੀਅਨ। ਤੁਹਾਡਾ DNA, ਤੁਹਾਡੀਆਂ ਨਸਲਾਂ ਪੰਜਾਬੀ ਹੈ, ਤੁਸੀਂ ਕਦੀ ਵੀ ਇੰਡੀਅਨ ਨਹੀਂ ਸੀ। ਔਰ ਜਦੋਂ ਤੁਸੀਂ ਆਵਾਜ਼ ਚੁੱਕੀ ਕਿ ਸਾਨੂੰ ਪੰਜਾਬੀ ਸੂਬਾ ਚਾਹੀਦਾ ਹੈ ਤੇ ਉਹਨਾਂ ਇੰਡੀਅਨਸ ਤੋਂ ਜਰਿਆ ਨਹੀਂ ਗਿਆ। ਤਖਤ ਦੇ ਉੱਤੇ ਫੌਜਾਂ ਲੈ ਕੇ ਧਾੜਵੀ ਬਣ ਕੇ ਪਹੁੰਚ ਗਏ 65 ਸਾਲ ਪਹਿਲਾਂ ਔਰ ਸੈਂਕੜੇ ਸਿੰਘ ਔਰ ਪੰਜਾਬੀ ਸ਼ਹੀਦ ਕੀਤੇ। ਔਰ ਉਸ ਮਕਸਦ ਨੂੰ ਜਿਹੜਾ ਕਿ ਪੰਜਾਬੀਆਂ ਨੇ ਉਦੋਂ ਸ਼ੁਰੂ ਕੀਤਾ ਸੀ, ਸਿੱਖ ਕੌਮ ਨੇ ਉਦੋਂ ਸ਼ੁਰੂ ਕੀਤਾ ਸੀ, ਉਸ ਦਾ ਇੱਕ ਹਿੱਸਾ ਅੱਗੇ ਵੱਧ ਕੇ ਆਉਂਦਾ ਹੈ। ਜੂਨ 84 ਪਹੁੰਚ ਜਾਂਦਾ ਹੈ ਔਰ ਜੂਨ 84 ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਫੌਜਾਂ ਕਿਉਂ ਚੜਾਈਆਂ ਗਈਆਂ? ਇਹਨਾਂ ਇੰਡੀਅਨਸ ਨੇ ਕਿਉਂ ਚੜਾਈਆਂ ਫੌਜਾਂ? ਕਦੀ ਤੁਸੀਂ ਸੁਣਿਆ ਕਿ ਆਪਣੇ ਹੀ ਦੇਸ਼ ਦੇ ਵਾਸੀਆਂ ਤੇ, ਜਿਨ੍ਹਾਂ ਨੂੰ ਕਹਿੰਦੇ ਜੀ ਪੰਜਾਬ ਸਾਡਾ ਹੈ, ਸਿੱਖ ਸਾਡੇ ਬਰੇਵ ਸੋਲਜਰਸ ਹੈ, ਇਹ ਸਾਡੀਆਂ ਬਾਹਾਂ ਹੈ, ਤੇ ਤੁਸੀਂ ਉਹਨਾਂ ਦੇ ਤਖਤ ਦੇ ਉੱਤੇ ਟੈਂਕ ਤੋਪ ਲੈ ਕੇ ਚੜ ਜਾਓ? ਕਦੀ ਸੋਚ ਕੇ ਦੇਖੋ ਕਿ ਜੇ ਤੁਹਾਨੂੰ ਉਹ ਮੰਨਦੇ ਹੁੰਦੇ ਕਿ ਤੁਸੀਂ ਉਹਨਾਂ ਦੇ ਨਾਲ ਦੇ ਹੋ ਤੇ ਤੁਹਾਨੂੰ ਕੋਹ ਕੇ ਇਦਾਂ ਨਾ ਮਾਰਿਆ ਜਾਂਦਾ। ਔਰ ਫਿਰ ਨਵੰਬਰ 1984 ਇੱਕ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਔਰ ਉਹ ਵੀ ਸਿਆਸੀ ਕਤਲ ਹੈ ਕਿਉਂਕਿ ਅਕਾਲ ਤਖਤ ਤੇ ਉਹਨੇ ਹਮਲਾ ਕੀਤਾ ਸੀ। ਔਰ ਅਜੇ ਤਾਈਂ ਅਕਾਲ ਤਖਤ ਤੇ ਹਮਲਾ ਕਰਨ ਵਾਲਾ ਜਿਹੜਾ ਧਾੜਵੀ ਹੈ, ਜਿਹਦਾ ਬੀਜ ਨਹੀਂ ਕਦੀ ਰਿਹਾ, ਇਹ ਉਹਦਾ ਇੱਕ ਹਿੱਸਾ ਸੀ, ਉਹਦਾ ਕਤਲ ਹੋਣਾ। ਤੇ ਨਤੀਜੇ ਵਜੋਂ ਇੰਡੀਅਨਸ ਨੇ ਕੀ ਕੀਤਾ? ਤੁਹਾਡੀ ਸਾਡੀ ਸਿੱਖ ਨਸਲਕੁਸ਼ੀ, ਉਹਨੂੰ ਸਿੱਖ ਜੈਨੋਸਾਈਡ, ਜਿਸ ਨੂੰ ਇਹਨਾਂ ਨੇ ਸਿੱਖ ਵਿਰੋਧੀ ਦੰਗੇ ਕਿਹਾ ਸੀ। ਇਹ ਤੇ ਉਹ ਹੈ ਜੋ ਮੈਂ ਤੁਹਾਨੂੰ ਦੱਸ ਰਿਹਾ ਕਿ ਇੰਡੀਅਨਸ ਨੇ ਪੰਜਾਬ ਦੇ ਨਾਲ ਤੇ ਸਿੱਖ ਨਾਲ ਕੀ ਕੀਤਾ। ਜੇ ਤੁਸੀਂ ਦੂਜੇ ਪਾਸੇ ਆਪਣੇ ਹੱਕ ਦੀ ਗੱਲ ਕਰਦੇ ਹੋ, ਤੁਸੀਂ ਆਪਣੇ ਰਿਸੋਰਸਿਸ ਦੀ ਗੱਲ ਕਰਦੇ ਹੋ, ਤਾਂ 70 ਸਾਲ ਤੋਂ ਤੁਸੀਂ ਸੋਚ ਕੇ ਦੇਖੋ ਕਿ ਪੰਜਾਬ ਨੂੰ, ਪੰਜਾਬੀਆਂ ਨੂੰ ਕੀ ਦਿੱਤਾ ਔਰ ਉੱਥੇ ਰਾਜ ਕੌਣ ਕਰਦਾ ਰਿਹਾ। ਪਹਿਲਾਂ ਆ ਜਾਂਦੇ ਆ ਨੀਲੀਆਂ ਦਸਤਾਰਾਂ ਵਾਲੇ, ਫਿਰ ਆ ਜਾਂਦੇ ਆ ਚਿੱਟੀਆਂ ਦਸਤਾਰਾਂ ਵਾਲੇ, ਫਿਰ ਆ ਜਾਂਦੇ ਆ ਹੁਣ ਪੀਲੀਆਂ ਵਾਲੇ, ਫਿਰ ਆ ਜਾਂਦੇ ਧੋਤੀਆਂ ਵਾਲੇ, ਫਿਰ ਆ ਜਾਂਦੇ ਟੋਪੀਆਂ ਵਾਲੇ। ਪਰ ਸਿੱਖ ਕੌਮ ਤੇ ਪੰਜਾਬ ਯਾਦ ਕਰੇ ਕਿ ਇਹਨਾਂ ਦਾ, ਇੰਡੀਅਨਸ ਦਾ ਵੀ ਨਾਸ਼ ਹੋ ਜਾਂਦਾ ਜੇ ਸਾਡੇ ਗੁਰੂ
ਆਪਣਾ ਸੀਸ ਜਿਹੜਾ ਹੈ ਤਲੀ ਤੇ ਰੱਖ ਕੇ ਸ਼ਹਾਦਤਾਂ ਨਾ ਦਿੰਦੇ ਤੇ ਅੱਜ ਪੰਜਾਬ, ਅੱਜ ਦਾ ਸਿੱਖ ਇਹਨਾਂ ਇੰਡੀਅਨਸ ਤੋਂ ਕੀ ਉਮੀਦ ਕਰਦਾ? ਸੋ ਇਹ ਹੈ ਪੰਜਾਬ ਦੀ ਗੁਲਾਮੀ ਦਾ ਇੱਕ ਹਿੱਸਾ ਜਿਸ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਹੈ। ਔਰ ਦੂਜੇ ਪਾਸੇ ਪੰਜਾਬ ਦੀ ਕੋਈ ਤਰੱਕੀ ਹੋ ਸਕੀ? ਕੀ ਸਿੱਖ ਪੰਜਾਬ ਦੇ ਵਿੱਚ ਮਹਿਫੂਜ਼ ਹੈ? ਕੀ ਪੰਜਾਬੀ ਇੰਡੀਆ ਦੇ ਵਿੱਚ ਮਹਿਫੂਜ਼ ਹੈ? ਚੁਣ ਚੁਣ ਕੇ ਮਾਰਿਆ ਜਾਂਦਾ ਹੈ। ਜਦੋਂ ਵਾਰੀ ਆਉਂਦੀ ਹੈ ਤੁਹਾਡਾ ਪਾਣੀ ਲੈ ਜਾਂਦੇ ਆ, ਜਦੋਂ ਵਾਰੀ ਆਉਂਦੀ ਹੈ ਤੁਹਾਡਾ ਬਿਜਲੀ ਲੈ ਜਾਂਦੀ ਹੈ। ਤੁਹਾਡਾ ਆਜ਼ਾਦ ਮੁਲਕ ਹੋਣਾ ਚਾਹੀਦਾ ਪੰਜਾਬ ਦਾ, ਸਿੱਖ ਦਾ ਮੁਲਕ ਹੋਣਾ ਚਾਹੀਦਾ ਹੈ, ਖਾਲਿਸਤਾਨ ਬਣਨਾ ਚਾਹੀਦਾ ਹੈ। ਔਰ ਇਹਦੇ ਲਈ ਜਿਹੜੀ ਜੰਗ ਹੈ, ਜੰਗੇ ਆਜ਼ਾਦੀ 2020, ਔਰ ਜਿਹਦੀ ਸ਼ੁਰੂਆਤ 1984 ਚ ਹੋ ਚੁੱਕੀ ਹੈ, ਔਰ ਉਸ 84 ਤੋਂ ਜਿਹੜੀ ਜੰਗ ਚੱਲਦੀ ਪਈ ਹੈ ਉਹਦਾ ਇੱਕ ਹਿੱਸਾ ਹੈ ਜੰਗ 2020 ਪੰਜਾਬ ਤੇ ਹਿੰਦ ਰੈਫਰੈਂਡਮ। 4 ਜੁਲਾਈ ਨੂੰ ਅੱਜ ਸ਼ੁਰੂ ਹੋ ਚੁੱਕਾ ਹੈ ਰੈਫਰੈਂਡਮ। ਵੋਟਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਔਰ ਵੋਟਾਂ ਕੌਣ ਪਾ ਸਕਦਾ ਹੈ? ਵੋਟ ਪੰਜਾਬ ਦੀ ਆਜ਼ਾਦੀ ਲਈ, ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਾਉਣ ਲਈ। ਪੰਜਾਬ ਦੇ ਮੂਲ ਨਿਵਾਸੀ, ਚਾਹੇ ਉਹ ਸਿੱਖ ਹੈ, ਚਾਹੇ ਸਾਡੇ ਹਿੰਦੂ ਭਰਾ ਹੈ, ਚਾਹੇ ਸਾਡੇ ਮੁਸਲਮਾਨ ਭਰਾ ਹੈ ਤੇ ਚਾਹੇ ਸਾਡੇ ਸਿੱਖ ਭਰਾ ਹੈ, ਜੋ ਪੰਜਾਬ ਦੇ ਵਿੱਚ ਪੰਜਾਬ ਦਾ ਮੂਲ ਨਿਵਾਸੀ ਹੈ, ਉਹ 4 ਜੁਲਾਈ ਤੋਂ ਪੰਜਾਬ ਦੀ ਜਿਹੜੀ ਰੈਫਰੈਂਡਮ ਦੀ ਵੋਟਰ ਰਜਿਸਟ੍ਰੇਸ਼ਨ ਹੈ ਉਹਦਾ ਹਿੱਸਾ ਬਣ ਸਕਦਾ ਹੈ। ਔਰ ਦੂਜੇ ਪਾਸੇ ਜਿਹੜਾ ਵੀ ਸਿੱਖ ਇੰਡੀਆ ਵਿੱਚ ਕਿਤੇ ਵੀ ਵਸਦਾ ਹੈ ਉਹ ਇਸ 'ਚ ਵੋਟ ਪਾ ਸਕਦਾ ਹੈ। ਪਰ ਜੇ ਪੰਜਾਬੀ, ਜੇ ਕੋਈ ਹਿੰਦੂ ਹੈ, ਜੇ ਕੋਈ ਮੁਸਲਮਾਨ ਹੈ, ਜੇ ਕੋਈ ਕ੍ਰਿਸਚਨ ਹੈ, ਜੇ ਉਹ ਇੰਡੀਆ ਦੇ ਕਿਸੇ ਹੋਰ ਹਿੱਸੇ ਵਿੱਚ ਵਸਦਾ ਹੈ, ਉਹ ਇਸ ਵਿੱਚ ਵੋਟ ਨਹੀਂ ਪਾ ਸਕਦਾ। ਔਰ ਇਸੇ ਫਲਸਫੇ ਤੇ ਰੈਫਰੈਂਡਮ 2020 ਜਿਹੜਾ ਹੈ ਉਹ ਆਧਾਰਿਤ ਹੈ। ਹੁਣ ਰੈਫਰੈਂਡਮ 2020 ਨੂੰ ਇੰਟਰਨੈਸ਼ਨਲ ਕਾਨੂੰਨਾਂ ਦੀ ਸਪੋਰਟ ਕਿੱਦਾਂ ਹੈ? UN ਕਹਿੰਦੀ ਹੈ all people have a right to self determination। ਹਰ ਇੱਕ ਇਨਸਾਨ ਕੋਲ ਹੱਕ ਹੈ ਖੁਦ ਮੁਖਤਿਆਰੀ ਦਾ। ਔਰ ਇਹੀ ਹੱਕ ਅਸੀਂ ਪੰਜਾਬ ਨੂੰ ਦਿਵਾਉਣਾ ਚਾਹੁੰਦੇ ਹਾਂ। ਇਹੀ ਹੱਕ ਅਸੀਂ ਹਰ ਇੱਕ ਸਿੱਖ ਨੂੰ ਦਿਵਾਉਣਾ ਚਾਹੁੰਦੇ ਹਾਂ ਕਿ ਆਜ਼ਾਦੀ ਤੁਹਾਡਾ ਬੁਨਿਆਦੀ ਹੱਕ ਹੈ। ਪਰ ਇਸ ਆਜ਼ਾਦੀ ਨੂੰ ਰੋਕਣ ਲਈ ਭਾਰਤੀ ਦਹਿਸ਼ਤਗਰਦ ਹੁਕੂਮਤ ਦੀਆਂ ਚਾਲਾਂ ਦੇਖੋ ਤੁਸੀਂ। ਸਿੱਖ ਨਸਲਕੁਸ਼ੀ ਕਰ ਦਿੱਤੀ ਜਾਂਦੀ ਹੈ, ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਿਆ ਜਾਂਦਾ ਹੈ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਰੈਫਰੈਂਡਮ ਦੀ ਮੁਹਿੰਮ ਚਲਾਉਣ ਵਾਲੇ ਕਾਰਕੁਨਾਂ ਦੇ ਉੱਤੇ ਛਾਪੇ ਮਾਰੇ ਜਾਂਦੇ ਆ। ਪਰ ਭਾਰਤੀ ਹੁਕੂਮਤ ਚਲਾ ਕੌਣ ਰਿਹਾ ਹੈ? ਦੁਨੀਆ ਦਾ ਇੱਕ ਵਾਹਿਦ ਦੇਸ਼ ਹੈ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਨੇ, ਕੈਨੇਡਾ ਨੇ, UK ਨੇ, ਯੂਰਪ ਨੇ ਡੈਜ਼ਿਗਨੇਟਿਡ ਟੈਰਰਿਸਟ ਕਰਾਰ ਦਿੱਤਾ ਹੋਇਆ ਸੀ। ਇੱਕੋ ਇੱਕ ਦੇਸ਼ ਹੈ ਜਿਸ ਨੂੰ ਚਲਾਉਣ ਵਾਲਾ ਦੁਨੀਆ ਦੇ ਵਿੱਚ ਅੱਤਵਾਦੀ ਗਰਦਾਨਿਆ ਗਿਆ ਸੀ। ਜਿੰਨੀ ਦੇਰ ਤੱਕ, ਇਹ ਯਾਦ ਰੱਖਣਾ ਸਿੱਖ ਨੇ ਤੇ ਪੰਜਾਬ ਨੇ, ਜਿੰਨੀ ਦੇਰ ਤੱਕ ਉਹਦੇ ਕੋਲ ਪੋਲੀਟੀਕਲ ਪਾਵਰ ਨਹੀਂ ਆਈ, ਦਾ ਡੇ ਮੋਦੀ ਗਾਟ ਏ ਪਾਵਰ, ਨਾਓ ਹੀ ਇਜ਼ ਅ ਪ੍ਰਾਈਮ ਮਿਨਿਸਟਰ ਆਫ ਇੰਡੀਆ। The Indians are killing Sikhs. Indians have committed genocide of Sikhs. Indians have labeled Sikhs as terrorists. And today, they are labeling a democratic and a peaceful movement as an act of terrorism. That's what India is. But if you look into the world, the only leader in the world that has ever been designated, it is not Pannu, it's not Bhai Paramjit Singh Pamma, it is not Hardeep Singh Nijjar. This is Narendra Modi. He has been designated. What we got to do, what we got to do as a Punjab, what we got to do as a Sikh is to get the political power. ਔਰ ਉਹੀ ਰਾਜਨੀਤਿਕ ਸ਼ਕਤੀ ਲੈਣ ਵਾਸਤੇ ਅਸੀਂ ਪੰਜਾਬ ਦਾ ਰੈਫਰੈਂਡਮ ਕਰਵਾ ਰਹੇ ਹਾਂ। ਸੋ ਤੁਸੀਂ ਵੋਟ ਰਜਿਸਟਰ ਕਰਾਉਣੀ ਹੈ। ਜੇ ਤੁਸੀਂ 18 ਸਾਲ ਦੇ ਹੋ ਤਾਂ ਤੁਸੀਂ ਵੋਟ ਰਜਿਸਟਰ ਕਰਾ ਸਕਦੇ ਹੋ। ਜੇ ਤੁਸੀਂ ਪੰਜਾਬ ਦੇ ਮੂਲ ਨਿਵਾਸੀ ਹੋ ਤਾਂ ਤੁਸੀਂ ਵੋਟ ਰਜਿਸਟਰ ਕਰਾ ਸਕਦੇ ਹੋ। ਜੇ ਤੁਸੀਂ ਪੰਜਾਬ ਤੋਂ ਬਾਹਰ ਇੰਡੀਆ ਵਿੱਚ ਕਿਤੇ ਵੀ ਰਹਿ ਰਹੇ ਹੋ ਤਾਂ ਸਿੱਖ ਹੋ ਤਾਂ ਤੁਸੀਂ ਵੋਟ ਰਜਿਸਟਰ ਕਰਾ ਸਕਦੇ ਹੋ। ਔਰ ਇਹ ਵੋਟ ਕਿੱਥੇ ਰਜਿਸਟਰ ਹੋ ਰਹੀ ਹੈ? ਸਭ ਤੋਂ ਪਹਿਲਾਂ ਰਜਿਸਟਰ ਹੋ ਰਹੀ ਹੈ ਇੱਕ
ਰਸ਼ੀਆ ਦਾ ਪੋਰਟਲ ਹੈ ਜਿੱਥੇ ਤੁਸੀਂ ਉਸ ਵੈਬਸਾਈਟ ਤੇ ਜਾਣਾ ਹੈ, ਆਨਲਾਈਨ ਜਾਣਾ ਹੈ ਤੇ ਆਪਣੀ ਵੋਟਰ ਰਜਿਸਟ੍ਰੇਸ਼ਨ ਕਰਾਉਣੀ ਹੈ। ਔਰ ਜਿਹੜੀ ਜੰਗ ਹੈ 2020 ਪੰਜਾਬ ਤੇ ਹਿੰਦ ਦੀ, ਇਹ ਉਹਦਾ ਇੱਕ ਹਿੱਸਾ ਹੈ। ਮੇਰੀ ਪੂਰੇ ਪੰਜਾਬ ਨੂੰ, ਪੂਰੇ ਸਿੱਖ ਕੌਮ ਨੂੰ ਅੱਜ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਅੱਜ ਪੰਜਾਬ ਤੇ ਆਪਣੇ ਸਿੱਖ ਦੇ ਹੱਕ ਵਿੱਚ ਭੁਗਤਣਾ ਹੈ। ਤੁਸੀਂ ਆਪਣੀ ਵੋਟ ਰਜਿਸਟਰ ਕਰਾਉਣੀ ਹੈ, ਤੁਸੀਂ ਆਪਣੇ ਪਰਿਵਾਰਾਂ ਦੀ ਵੋਟ ਰਜਿਸਟਰ ਕਰਾਉਣੀ ਹੈ ਤੇ ਦੁਨੀਆ ਵਿੱਚ ਦੱਸ ਦੇਣਾ ਹੈ ਕਿ ਜਦੋਂ ਪੰਜਾਬ ਆਜ਼ਾਦ ਹੋਏਗਾ, ਤੁਹਾਡੀ ਅਮਰੀਕਾ ਵਿੱਚ, ਕੈਨੇਡਾ ਵਿੱਚ, ਯੂਰਪ ਵਿੱਚ, ਦੁਨੀਆ ਭਰ ਦੇ ਵਿੱਚ ਪੰਜਾਬ ਦੀਆਂ ਅੰਬੈਸੀਆਂ ਹੋਣਗੀਆਂ, ਇੰਡੀਆ ਦੀ ਅੰਬੈਸੀ ਨਹੀਂ ਹੋਏਗੀ। ਤੁਸੀਂ ਇੰਡੀਆ ਦੇ ਤਿਰੰਗੇ ਥੱਲੇ ਨਹੀਂ ਆਓਗੇ, ਤੁਸੀਂ ਉਸ ਪੰਜਾਬ ਤੇ ਉਸ ਗੁਰੂ ਦੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਆਓਗੇ ਜਿਹੜਾ ਸਭ ਨੂੰ ਇੱਕ ਮੰਨਦਾ ਹੈ। ਜਦੋਂ ਨਿਸ਼ਾਨ ਸਾਹਿਬ ਝੁੱਲਿਆ ਕਰਨਗੇ ਦੁਨੀਆ ਦੇ ਦੇਸ਼ਾਂ ਵਿੱਚ, ਉੱਥੇ ਜਾ ਕੇ ਤੁਸੀਂ, ਜੇ ਤੁਹਾਨੂੰ ਕੋਈ ਦੁਨੀਆ 'ਚ ਮੁਸ਼ਕਲ ਪੈਂਦੀ ਹੈ, ਉੱਥੇ ਦੱਸ ਸਕੋਗੇ। ਤੁਸੀਂ ਇੰਡੀਅਨ ਦੇ ਦਰਵਾਜ਼ੇ ਦੇ ਉੱਤੇ ਨਹੀਂ ਜਾਓਗੇ, ਤੁਸੀਂ ਪੰਜਾਬ ਆਜ਼ਾਦ ਮੁਲਕ ਦੇ ਦਰਵਾਜ਼ੇ ਤੇ ਜਾਓਗੇ ਔਰ ਉਹ ਆਪਣਾ ਤੁਹਾਡਾ ਮੁਲਕ ਹੋਏਗਾ, ਤੁਹਾਡਾ ਆਪਣਾ ਮੁਲਕ ਹੋਏਗਾ ਔਰ ਉਹਦੇ ਲਈ ਪੰਜਾਬ ਦੀ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।